ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਬਣ ਰਹੇ ਇੱਕ ਹੋਟਲ ਕਰਕੇ ਇੱਕ ਇਮਾਰਤ ਟਹਿ ਗਈ ਸੀ ਤੇ ਉਸ ਦੇ ਨਾਲ 5 ਘਰਾਂ ਨੂੰ ਨੁਕਸਾਨ ਹੋਇਆ ਸੀ ਤੇ ਉਸ ਦੇ ਨਾਲ ਇੱਕ ਹੋਟਲ ਵੀ ਢਹਿ ਢੇਰੀ ਹੋ ਗਿਆ ਸੀ ਤੇ ਉਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਇੱਕ ਐਮਟੀਪੀ ਅਤੇ 3 ਏਟੀਪੀ ਸਸਪੈਂਡ ਕਰ ਦਿੱਤੇ ਗਏ। ਤੇ ਸਭ ਤੋਂ ਪਹਿਲੇ ਤਸਵੀਰਾਂ ਤੁਹਾਨੂੰ ਇਸ ਹੋਟਲ ਦੀਆਂ ਦਿਖਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਹੋਟਲ ਹੈ ਇਸ ਨੂੰ ਇੱਥੇ ਤਿਆਰ ਕੀਤਾ ਜਾ ਰਿਹਾ ਸੀ ਤਾਂ ਇਹ ਨਿਰਮਾਣ ਅਧੀਨ ਹੋਟਲ ਸੀ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਕੁਤਾਹੀ ਵਰਤੀ ਗਈ ਹੈ ਤੇ ਇਸ ਕੁਤਾਹੀ ਦੇ ਨਾਲ ਇਸ ਦੇ ਨਾਲ ਜਿਹੜਾ ਤੁਸੀਂ ਹੋਟਲ ਦੇਖ ਰਹੇ ਹੋ ਇਸ ਦੀ ਜਿਹੜੀ ਹੈ ਇਮਾਰਤ ਢਹਿ ਗਈ ਸੀ। ਤਾਂ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਵਿਵਾਦ ਮਚਿਆ ਸੀ ਤੇ ਮਾਮਲਾ ਮੁੱਖ ਮੰਤਰੀ ਦਵਾਰ ਤੱਕ ਵੀ ਪੁੱਜਾ ਸੀ। ਤਾਂ ਉਸ ਤੋਂ ਬਾਅਦ ਆਖਿਰਕਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਨਜਾਇਜ਼ ਉਸਾਰੀ ਕਿਉਂ ਕੀਤੀ ਗਈ ਹੈ। ਤਾਂ ਇਸ ਨਜਾਇਜ਼ ਉਸਾਰੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਏ ਸਨ ਕਿ ਕੁਝ ਇਸਨੇ ਜ਼ਮੀਨ ਨਹੀਂ ਛੱਡੀ। ਤਾਂ ਉਸ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਕਿ ਜ਼ਿਲ੍ਹੇ ਦੇ ਐਮਟੀਪੀ ਇਕਬਾਲਪ੍ਰੀਤ ਸਿੰਘ ਰੰਧਾਵਾ, ਏਟੀਪੀ ਸੰਜੀਵ ਦੇਵਗਨ, ਏਟੀਪੀ ਵਰਿੰਦਰ ਮੋਹਨ ਤੇ ਏਟੀਪੀ ਪਰਮਿੰਦਰਜੀਤ ਸਿੰਘ ਨੂੰ ਜਿਹੜਾ ਹੈ ਸਸਪੈਂਡ ਕਰ ਦਿੱਤਾ ਗਿਆ ਹੈ। ਤਾਂ ਇਸ ਦੇ ਵਿੱਚ ਇੱਕ ਨਰਿੰਦਰ ਸ਼ਰਮਾ ਜੋ ਕਿ ਉਸ ਵੇਲੇ ਐਮਟੀਪੀ ਸੀ ਜਿਸ ਵੇਲੇ ਕਿ ਇਸ ਦਾ ਨਕਸ਼ਾ ਪਾਸ ਕੀਤਾ ਗਿਆ, ਉਹਨਾਂ ਨੂੰ ਹੈ ਇੱਕ ਸ਼ੋਅ ਕੋਜ਼ ਨੋਟਿਸ ਕੀਤਾ ਗਿਆ ਹੈ ਕਿਉਂਕਿ ਉਹ ਮੋਗਾ 'ਚ ਤੈਨਾਤ ਨੇ। ਇਸ ਕਰਕੇ ਉਹਨਾਂ ਦੀ ਜਿਹੜੀ ਇੱਕ ਲਿਖਤ ਰਿਪੋਰਟ ਜਿਹੜੀ ਹੈ ਉਹ ਭੇਜ ਦਿੱਤੀ ਗਈ ਹੈ ਜਿੱਥੇ ਕਿ ਪ੍ਰਿੰਸੀਪਲ ਸੈਕਟਰੀ ਕਾਰਵਾਈ ਕਰੂਗਾ। ਤੇ ਉਸ ਤੋਂ ਬਾਅਦ ਇੱਕ ਬਿਲਡਿੰਗ ਇੰਸਪੈਕਟਰ ਰਜੇਸ਼ ਖੰਨਾ ਨੇ ਉਹਨਾਂ ਨੂੰ ਵੀ ਪੰਜਾਬ ਸਰਕਾਰ ਲਿਖਿਆ ਗਿਆ ਹੈ ਕਿ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਤਾਂ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇੱਕ ਰਿਪੋਰਟ ਜਿਹੜੀ ਹੈ ਐਸਡੀਐਮ ਅੰਮ੍ਰਿਤਸਰ ਵੱਲੋਂ ਕੀਤੀ ਗਈ ਸੀ ਜਿਸ ਦੇ ਵਿੱਚ ਕਿ ਮਾਨਯੋਗ ਡੀਸੀ ਦੇ ਆਦੇਸ਼ਾਂ ਦੇ ਉੱਤੇ ਜੇ ਕਾਰਵਾਈ ਕੀਤੀ ਗਈ ਸੀ। ਹੁਣ ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਆਖਿਰਕਾਰ ਮਸਲਾ ਕੀ ਸੀ। ਤੁਸੀਂ ਇਹ ਜਿਹੜੀ ਬਿਲਡਿੰਗ ਇਸ ਵੇਲੇ ਦੇਖ ਰਹੇ ਹੋ, ਜਿਹੜਾ ਹੋਟਲ ਦਾ ਨਿਰਮਾਣ ਕੀਤਾ ਗਿਆ ਸੀ, ਇਹਦੇ ਤੇ ਬਹੁਤ ਸਾਰੇ ਸਵਾਲ ਖੜੇ ਹੋਏ ਸਨ ਕਿ ਇਸ ਦੀ ਜਿਹੜੀ ਡੂੰਘਾਈ ਕਿੰਨੀ ਹੈ। ਤਾਂ ਦੱਸਿਆ ਜਾ ਰਿਹਾ ਸੀ ਕਿ ਇਸ ਦੀ ਡੂੰਘਾਈ ਜ਼ਿਆਦਾ ਹੈ ਤੇ ਦੂਸਰਾ ਇਸ ਦੇ ਆਸ-ਪਾਸ ਜਿਹੜੀ ਹੈ ਜਗ੍ਹਾ ਨਹੀਂ ਸੀ ਛੱਡੀ ਗਈ। ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਬਿਲਡਿੰਗ ਦੇ ਨਾਲ ਜਿਹੜੀ ਹੈ ਕੁਝ ਜਗ੍ਹਾ ਖਾਲੀ ਛੱਡਣੀ ਹੁੰਦੀ ਹੈ ਜਿਹਦੇ ਨਾਲ ਕਿ ਕੱਲ੍ਹ ਨੂੰ ਕੋਈ ਰੈਸਕਿਊ ਆਪਰੇਸ਼ਨ ਚਲਾਇਆ ਜਾਵੇ ਅਗਰ ਕੋਈ ਇਸ ਤਰ੍ਹਾਂ ਦਾ ਬਿਲਡਿੰਗ ਨੂੰ ਨੁਕਸਾਨ ਹੁੰਦਾ। ਤਾਂ ਉਸ ਦੇ ਨਾਲ ਜਿਸ ਘਰ 'ਚ ਅਸੀਂ ਖੜੇ ਹਾਂ ਤੇ 5 ਘਰ ਵੀ ਜਿਹੜੇ ਨੇ ਇਹਦੇ ਕਰਕੇ ਡੈਮੇਜ ਹੋ ਗਏ ਸਨ। ਤੇ ਦੂਸਰਾ ਇੱਕ ਹੋਟਲ ਦੀ ਗੱਲ ਦੱਸਦੇ ਪਏ ਤਾਂ ਗ੍ਰੈਂਡ ਹੋਟਲ ਜੋ ਕਿ ਮੁੱਖ ਤੌਰ ਦੇ ਉੱਤੇ ਇਸ ਦਾ ਬਹੁਤ ਵੱਡਾ ਵਿਵਾਦ ਸੀ ਤੇ ਇਸ ਹੋਟਲ ਦੇ ਸਾਰਾ ਇੱਕ ਹਿੱਸਾ ਜਿਹੜਾ ਹੈ ਜ਼ਮੀਨ ਤੇ ਡਿੱਗ ਗਿਆ ਸੀ। ਤੁਹਾਨੂੰ ਦਿਖਾ ਰਹੇ ਹਾਂ ਕਿ ਉਸ ਜਗ੍ਹਾ ਤੇ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਜਿਹੜਾ ਹੋਟਲ ਹੈ ਢਹਿ ਢੇਰੀ ਹੋ ਕੇ ਇਹਦੇ ਉੱਤੇ ਆ ਗਿਆ ਸੀ। ਤਾਂ ਉਸ ਤੋਂ ਬਾਅਦ ਕਾਫੀ ਨੁਕਸਾਨ ਹੋਇਆ ਸੀ, ਹੋਟਲ ਦੀ ਬਿਲਡਿੰਗ ਜਿਹੜੀ ਹੈ ਬਿਲਕੁਲ ਖਤਮ ਹੋ ਗਈ ਸੀ। ਤਾਂ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਬਹੁਤ ਸਾਰਾ ਵਿਵਾਦ ਮਚਿਆ, ਬਹੁਤ ਸਾਰੇ ਸਵਾਲ ਖੜੇ ਹੋਏ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਸ ਦੀ ਪਰਮਿਸ਼ਨ ਦਿੱਤੀ ਗਈ ਸੀ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਵੱਡਾ ਹੋਟਲ ਤਿਆਰ ਹੋਣਾ ਸੀ। ਤਾਂ ਉਸ ਤੋਂ ਬਾਅਦ ਬਿਲਕੁਲ ਰੇਲਵੇ ਸਟੇਸ਼ਨ ਦੇ ਨੇੜੇ ਜਿਹੜਾ ਹੈ ਹੋਟਲ ਹੈ ਤਾਂ ਉੱਥੇ ਜਿਹੜਾ ਹੈ ਕੰਮ ਚੱਲ ਰਿਹਾ ਸੀ। ਤਾਂ ਦੱਸਿਆ ਜਾ ਰਿਹਾ ਸੀ ਤਾਂ ਇਸ ਹੋਟਲ ਦੇ ਮਾਲਕ ਵੱਲੋਂ ਤਰਕ ਦਿੱਤਾ ਗਿਆ ਸੀ ਕਿ ਉਸਨੇ ਜਿਹੜਾ ਹੈ ਹੋਟਲ ਜਿਹੜਾ ਹੈ ਇਨਵੈਸਟ ਪੰਜਾਬ ਤੋਂ ਜਿਹੜਾ ਹੈ ਪਾਸ ਕਰਾਇਆ ਹੈ। ਤਾਂ ਉਸ ਦੇ ਵਿੱਚ ਜਿਹੜਾ ਹੈ ਲੇਕਿਨ ਕਈ ਜਿਹੜੀ ਹੈ ਤਰੁੱਟੀਆਂ ਪਾਈਆਂ ਗਈਆਂ, ਕਈ ਕਮੀਆਂ ਪਾਈਆਂ ਗਈਆਂ। ਇੱਕ ਲੰਬੀ ਰਿਪੋਰਟ ਚੱਲੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਹੁਣ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਹੋਟਲ ਦਾ ਹਿੱਸਾ ਜਿਹੜਾ ਹੈ ਗ੍ਰੈਂਡ ਹੋਟਲ ਜਿਹੜਾ ਕਿ ਬਿਲਕੁਲ ਢਹਿ ਢੇਰੀ ਹੋ ਗਿਆ ਹੈ ਤਾਂ ਬਿਲਕੁਲ ਖਤਮ ਹੋ ਚੁੱਕਾ ਹੈ। ਉਸ ਦੇ ਨਾਲ ਇੱਕ ਰੈਸਟੋਰੈਂਟ ਨੂੰ ਵੀ ਕਾਫੀ ਨੁਕਸਾਨ ਹੋਇਆ ਸੀ। ਤਾਂ ਉਸ ਕਰਕੇ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਸਵਾਲ ਖੜੇ ਕੀਤੇ ਜਾ ਰਹੇ ਸਨ ਕਿ ਆਖਿਰਕਾਰ ਇਸ ਦੀ ਭਰਪਾਈ ਕਦੋਂ ਹੋਊਗੀ। ਤਾਂ ਹੁਣ ਜਿਹੜਾ ਹੈ ਇੱਕ ਸਖਤ ਨੋਟਿਸ ਜਿਹੜਾ ਹੈ ਸਰਕਾਰ ਵੱਲੋਂ ਲਿੱਤਾ ਗਿਆ। ਸਰਕਾਰ ਨੇ ਇਸ ਮਾਮਲੇ ਦੇ ਵਿੱਚ ਅਹਿਮ ਕਾਰਵਾਈ ਕੀਤੀ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਡੂੰਘਾਈ ਹੈ ਇਸ ਦੀ ਬਹੁਤ ਜ਼ਿਆਦਾ ਹੈ। ਤਾਂ ਇਸ ਕਰਕੇ ਵੀ ਸੀ। ਉਹ ਦੂਸਰਾ ਜਿਹੜਾ ਹੈ ਜਦੋਂ ਵੀ ਕਿਸੇ ਹੋਟਲ ਦਾ ਨਿਰਮਾਣ ਹੁੰਦਾ ਹੈ ਤੇ ਆਸ-ਪਾਸ ਜਿਹੜੇ ਆਸ-ਪਾਸ ਦੀਆਂ ਕੰਧਾਂ ਹੁੰਦੀਆਂ ਨੇ, ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇਸ ਪਾਸੇ ਜਿੱਥੇ ਹੋਟਲ ਦਾ ਕਮਰਾ ਡਿੱਗਾ ਹੈ ਤਾਂ ਉਸ ਪਾਸੇ ਜਿਹੜਾ ਹੈ ਤਕਰੀਬਨ 20 ਫੁੱਟ ਦੀ ਜਗ੍ਹਾ ਛੱਡਣੀ ਚਾਹੀਦੀ ਹੈ ਤਾਂ ਕਿ ਅਗਰ ਕਿਸੇ ਤਰ੍ਹਾਂ ਦੀ ਕੋਈ ਬਿਲਡਿੰਗ ਕਲੈਪਸ ਹੋਵੇ ਤਾਂ ਉੱਥੇ ਜਾ ਕੇ ਕਾਰਵਾਈ ਕੀਤੀ ਜਾ ਸਕੇ। ਲੇਕਿਨ ਇਸ ਤਰ੍ਹਾਂ ਦਾ ਕੋਈ ਵੀ ਮਾਪਦੰਡ ਜਿਹੜਾ ਇੱਥੇ ਪੂਰਾ ਨਹੀਂ ਕੀਤਾ ਗਿਆ ਤੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਸੀ ਜਿਸ ਕਰਕੇ ਜਿਹੜਾ ਹੈ ਇਸ ਹੋਟਲ ਦੀ ਬਿਲਡਿੰਗ ਦਾ ਨੁਕਸਾਨ ਹੋਇਆ। ਤਾਂ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਜਿਹੜੇ ਸਿਆਸੀ ਆਗੂ ਵੀ ਪਏ, ਬਹੁਤ ਸਾਰੇ ਸਮਾਜ ਸੇਵੀ ਜਥੇਬੰਦੀਆਂ ਵੀ ਪਈਆਂ ਤੇ ਗੱਲ ਕੀਤੀ ਜਾ ਰਹੀ ਸੀ ਕਿ ਕਿਤੇ ਨਾ ਕਿਤੇ ਤਰੀਕੇ ਇਸ ਨੂੰ ਜਿਹੜਾ ਹੈ ਖਤਮ ਕੀਤਾ ਜਾਵੇ। ਔਰ ਇਸ ਮਾਮਲੇ ਦੇ ਵਿੱਚ 5 ਮਕਾਨਾਂ ਨੂੰ ਬਣਾਉਣ ਦੀ ਗੱਲ ਤੇ ਕੀਤੀ ਗਈ ਸੀ ਲੇਕਿਨ ਫਿਲਹਾਲ ਉਸ ਮਾਮਲੇ ਦੇ ਵਿੱਚ ਜਿਹੜਾ ਹੈ ਇਹ ਪੂਰੀ ਕਾਰਵਾਈ ਨਹੀਂ ਹੋਈ ਸੀ ਕਿਉਂਕਿ ਕੁਝ ਲੋਕਾਂ ਨੂੰ ਹੋਰ ਵੀ ਨੁਕਸਾਨ ਸੀ। ਤੇ ਉਹਦੇ ਵਿੱਚ ਅੱਜ ਵੱਡੀ ਕਾਰਵਾਈ ਜਿਹੜੀ ਹੈ ਨਿਗਮ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ। ਡੀਸੀ ਅੰਮ੍ਰਿਤਸਰ ਦੇ ਆਦੇਸ਼ ਦਿੱਤੇ ਗਏ ਨੇ। ਆਓ ਜਾਣਦੇ ਕੀ ਕਹਿਣਾ ਇਸ ਮਾਮਲੇ 'ਚ ਨਿਗਮ ਦੇ ਅਧਿਕਾਰੀਆਂ ਦਾ। ਅੱਜ ਸਵੇਰੇ ਹੀ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਕਮਿਸ਼ਨਰ ਕਾਰਪੋਰੇਸ਼ਨ ਉਹਨਾਂ ਦੇ ਆਰਡਰ ਰਿਸੀਵ ਹੋਏ ਜਿਹਦੇ ਵਿੱਚ ਸਸਪੈਂਸ਼ਨ ਆਰਡਰ ਸੀਗੇ ਇਕਬਾਲ ਸਿੰਘ ਰੰਧਾਵਾ, ਏਟੀਪੀ ਵਰਿੰਦਰ ਮੋਹਨ, ਏਟੀਪੀ ਪਰਮਿੰਦਰਜੀਤ ਐਂਡ ਏਟੀਪੀ ਸੰਜੀਵ ਦੇਵਗਨ। ਸਸਪੈਂਸ਼ਨ ਆਰਡਰਸ ਦੇ ਵਿੱਚ ਮੈਂਸ਼ਨ ਸੀਗਾ ਕਿ ਗ੍ਰੈਂਡ ਹੋਟਲ ਦੀ ਇਨਕੁਆਇਰੀ ਜਿਹੜੀ ਕੀਤੀ ਗਈ ਸੀ SDM 2 ਦੁਆਰਾ, ਜਿਹਦੇ ਵਿੱਚ ਅਸੀਂ ਦੇਖਿਆ ਗ੍ਰੈਂਡ ਹੋਟਲ ਦੀ ਬਿਲਡਿੰਗ ਗਿਰ ਗਈ ਸੀਗੀ,
ਉਹਦੀ ਇਨਕੁਆਇਰੀ SDM 2 ਦੁਆਰਾ ਕੀਤੀ ਗਈ ਹੈ। ਉਸ ਇਨਕੁਆਇਰੀ ਰਿਪੋਰਟ ਦੇ ਬੇਸ ਦੇ ਉੱਤੇ DC ਸਾਹਿਬ ਨੇ ਆਰਡਰ ਕੀਤੇ ਹੈਗੇ ਆ ਐਂਡ ਉਹਨਾਂ ਵਿੱਚ ਬਿਲਡਿੰਗ ਬ੍ਰਾਂਚ ਦੇ ਇਹਨਾਂ ਆਫੀਸਰਸ ਦੀ ਨੈਗਲੀਜੈਂਸੀ ਪਾਈ ਗਈ ਆ। ਉਹਦੇ ਉੱਤੇ ਸਰ ਨੇ ਆਰਡਰ ਕੀਤੇ ਆ ਜਿਹੜੇ ਸਾਨੂੰ ਰਿਸੀਵ ਹੋਏ ਆ ਐਂਡ ਅਸੀਂ ਇਹਨਾਂ ਨੂੰ ਵੀ ਰਿਸੀਵ ਕਰਵਾ ਦਿੱਤੇ ਆ। ਸਰ ਇਹ ਜਿਹੜੀ ਨਵਾਂ ਹੋਟਲ ਬਣ ਰਿਹਾ ਸੀ ਉਹ ਗਲਤ ਬਣ ਰਿਹਾ ਸੀ ਕਿ ਪੁਰਾਣਾ ਹੋਟਲ ਜਿਹੜਾ ਉਹ ਗਲਤ ਸੀਗਾ? ਡਿਟੇਲਡ ਇਨਕੁਆਇਰੀ ਰਿਪੋਰਟ ਆਉਣ 'ਤੇ ਹੀ ਪਤਾ ਲੱਗੂਗਾ, ਪਰ ਜਿੱਦਾਂ ਕਿ ਮੈਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਜਿਹੜਾ ਹੋਟਲ ਨਵਾਂ ਬਣ ਰਿਹਾ ਸੀ ਉਹਦੇ ਦੁਆਰਾ ਜਿਹੜੀ ਹੈ ਬਿਲਡਿੰਗ ਬਾਈਲਾਜ਼ ਦੀ ਵਾਇਓਲੇਸ਼ਨ ਕੀਤੀ ਗਈ ਹੈ, ਉਹਦੇ ਕਾਰਨ ਗ੍ਰੈਂਡ ਹੋਟਲ ਦੀ ਬਿਲਡਿੰਗ ਗਿਰੀ ਆ। ਤਾਂ ਉਹਦੇ ਅਕੋਰਡਿੰਗ ਹੀ ਇਹਨਾਂ ਦੀ ਜਿਹੜੀ ਬਿਲਡਿੰਗ ਡਿਪਾਰਟਮੈਂਟ ਨੇ ਮੌਕੇ ਸਿਰ ਇਹਦੀ ਪੈਰਵਾਈ ਨਹੀਂ ਕੀਤੀ ਐਂਡ ਐਕਸ਼ਨ ਨਹੀਂ ਲਿਆ, ਜਿਹਦੇ ਕਾਰਨ ਜਾਨ ਤੇ ਮਾਲ ਦਾ ਨੁਕਸਾਨ ਹੋ ਸਕਦਾ ਸੀ। ਅਸੀਂ ਦੇਖਿਆ ਕਿ ਨਾਲ ਦੇ ਘਰਾਂ ਨੂੰ ਵੀ ਐਂਡ ਨਾਲ ਦੇ ਹੋਟਲਸ ਨੂੰ ਵੀ ਨੁਕਸਾਨ ਪਹੁੰਚਿਆ। ਉਹਦੇ ਕਾਰਨ ਨੈਗਲੀਜੈਂਸੀ ਕਾਰਨ ਇਹ ਕਾਰਵਾਈ ਕੀਤੀ ਗਈ। ਟੋਟਲ ਕਿੰਨੇ ਲੋਕ ਨੇ ਜਿਨ੍ਹਾਂ 'ਤੇ ਕਾਰਵਾਈ ਕੀਤੀ ਗਈ ਤੇ ਰੈਂਕ ਕੀ ਹੈ? ਪਹਿਲਾਂ ਤਾਂ MTP ਸਾਡੇ ਇਕਬਾਲ ਸਿੰਘ ਰੰਧਾਵਾ ਹੈਗੇ ਆ ਐਂਡ ਸਾਡੇ 3 ATPs ਹੈਗੇ ਆ, ਉਹਨਾਂ 'ਤੇ ਕਾਰਵਾਈ ਹੋਈ ਆ। ਇੱਕ ਪੁਰਾਣੇ ਸਾਡੇ MTP ਆ ਨਰਿੰਦਰ ਸ਼ਰਮਾ, ਉਹ ਮੋਗਾ ਪੋਸਟਡ ਆ ਐਂਡ ਇੱਕ ਪੁਰਾਣਾ ਬਿਲਡਿੰਗ ਇੰਸਪੈਕਟਰ ਆ ਰਜਤ ਖੰਨਾ, ਉਹਦੇ ਖਿਲਾਫ ਸਰਕਾਰ ਨੂੰ ਲਿਖ ਦਿੱਤਾ ਗਿਆ ਫॉर ਡਿਸਪਲਿਨਰੀ ਐਕਸ਼ਨ। ਸਰ ਫਿਲਹਾਲ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਸਸਪੈਂਸ਼ਨ ਆਰਡਰਸ ਡਾਇਰੈਕਟਲੀ DC ਸਾਹਿਬ ਨੇ ਸੈਕਸ਼ਨ 4 ਪਨਿਸ਼ਮੈਂਟ ਅਪੀਲ ਰੂਲਸ ਦੇ ਅੰਡਰ ਕੀਤੇ ਆ, ਤਾਂ ਪੋਸਟ ਫੈਕਟੋ ਅਪਰੂਵਲ ਲਈ ਸਰਕਾਰ ਨੂੰ ਭੇਜ ਦਿੱਤੇ ਗਏ ਆ। ਸਰ ਜਿਹੜੇ ਬਿਲਡਿੰਗਾਂ ਦਾ ਨੁਕਸਾਨ ਆ ਉਹਨਾਂ ਦੀ ਭਰਪਾਈ ਨੂੰ ਕਿਸ ਤਰ੍ਹਾਂ ਕੀਤੀ? ਇਸ ਦੇ ਵਿੱਚ DC ਸਾਹਿਬ ਨੇ ਆਰਡਰ ਜਿਹੜੇ ਹੈਗੇ ਨਵੀਂ ਬਣ ਰਹੀ ਬਿਲਡਿੰਗ ਉਹਨਾਂ ਨੂੰ ਕੱਢ ਦਿੱਤੇ ਹੈਗੇ ਜਿਹੜੇ ਓਨਰਸ ਆਫ ਰਿਚੀ ਹੋਟਲ ਆ ਐਂਡ ਉਹਨਾਂ ਨੂੰ ਕਰ ਦਿੱਤੇ ਗਏ ਆ ਕਿ ਇਹਨਾਂ ਦੀ ਜਿਹੜੀ ਭਰਵਾਈ ਆ, ਜਿਨ੍ਹਾਂ ਦਾ ਨੁਕਸਾਨ ਇਹਨਾਂ ਦੀ ਇਲੀਗਲ ਕੰਸਟਰਕਸ਼ਨ ਕਾਰਨ ਹੋਇਆ, ਉਹਦੀ ਭਰਵਾਈ ਕੀਤੀ ਜਾਏ। ਤਾਂ ਤੁਸੀਂ ਵੇਖਿਆ ਕਿ ਇਸ ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਕਾਰਵਾਈ ਕੀਤੀ ਜਾਏਗੀ, ਉਹਨਾਂ ਨੇ ਇਸ ਹੋਟਲ ਦਾ ਵੀ ਹਵਾਲਾ ਦਿੱਤਾ ਹੈ ਤੇ ਇਸ ਦੇ ਨਾਲ ਇੱਕ ਹੋਰ ਜ਼ਮੀਨ ਹੈ ਉਸ ਦਾ ਵੀ ਹਵਾਲਾ ਦਿੱਤਾ ਗਿਆ ਹੈ ਕਿ ਇਹ ਜਿਹੜਾ ਹੋਟਲ ਤਿਆ ਹੈ ਉਹ ਕਿਤੇ ਨਾ ਕਿਤੇ ਇਸ ਬਿਲਡਿੰਗ ਦੀ ਜਿਹੜੀ ਬਿਲਡਿੰਗ ਤਿਆਰ ਹੋ ਰਹੀ ਹੈ ਦੀ ਨੈਗਲੀਜੈਂਸੀ ਕਰਕੇ ਹੀ ਡਿੱਗਾ ਹੈ। ਤੇ ਇਸ ਤੋਂ ਬਾਅਦ ਇਸ ਮਾਮਲੇ 'ਚ ਕੜੀ ਕਾਰਵਾਈ ਕਰਦੇ ਹੋਏ ਜਿਹੜਾ ਹੈ ਹੁਣ ਵਿਭਾਗ ਨੇ ਆਪਣੇ ਹੀ ਡਿਪਾਰਟਮੈਂਟ ਦੇ ਵੱਡੇ ਜਿਹੜੇ ਅਫਸਰ ਨੇ, ਜਿਹਦੇ ਵਿੱਚ ਇੱਕ MTP ਤੇ 3 ATP ਨੇ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ। ਤਾਂ MTP ਇਕਬਾਲਪ੍ਰੀਤ ਸਿੰਘ ਰੰਧਾਵਾ ਜਿਹੜੇ ਨੇ ਵੱਡਾ ਨਾਮ ਸੀ, ਕਿਉਂਕਿ ਪਿੱਛੇ ਵੀ ਕੁਝ ਸਮਾਂ ਪਹਿਲੇ ਉਹ ਟਰਮੀਨੇਟ ਹੋਏ ਸਨ ਤਾਂ ਉਸ ਤੋਂ ਬਾਅਦ ਦੁਬਾਰਾ ਉਹਨਾਂ ਦੀ ਬਹਾਲੀ ਹੋਈ ਸੀ। ਤਾਂ ਉਸ ਤੋਂ ਬਾਅਦ ਹੁਣ ਇੱਕ ਹੋਟਲ ਨਿਰਮਾਣ ਦੇ ਕੇਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਨਿਗਮ ਨੇ ਆਪਣੇ ਹੀ 4 ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇ ਆਰਡਰ ਕੀਤੇ ਨੇ। ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।